ਡੀਅਰ ਸਟੂਡੈਂਟਸ, ਬੇਸਿਕਸ ਆਫ ਮੈਨੇਜਮੈਂਟ ਜੋ ਕਿ 6th ਸਮੈਸਟਰ ਦਾ ਕਾਮਨ ਸਬਜੈਕਟ ਹੈ, ਉਸ ਦਾ ਆਪਾਂ ਚੈਪਟਰ ਮੈਨੇਜਮੈਂਟ ਸਕੋਪ ਇਨ ਡਿਫਰੈਂਟ ਏਰੀਆਜ਼ ਇਹ ਡਿਸਕਸ ਕਰ ਰਹੇ ਹਾਂ ਪਿਛਲੇ ਕੁਝ ਲੈਕਚਰਸ ਦੇ ਵਿੱਚ। ਅੱਜ ਇਸ ਦਾ ਲਾਸਟ ਟੌਪਿਕ ਮੇਨਟੇਨੈਂਸ ਮੈਨੇਜਮੈਂਟ। ਇਹ ਵੀ ਇੱਕ ਬਹੁਤ ਹੀ ਵਧੀਆ ਸਕੋਪ ਹੈ, ਵਧੀਆ ਏਰੀਆ ਹੈ ਜਿਸ ਦੇ ਵਿੱਚ ਮੇਨਟੇਨੈਂਸ ਦਾ, ਕਿਉਂਕਿ ਕੋਈ ਵੀ ਕੰਪਨੀ ਹੈ, ਕੋਈ ਫੈਕਟਰੀ ਹੈ, ਮੇਨਟੇਨੈਂਸ ਤੋਂ ਬਿਨਾਂ ਨਹੀਂ ਚੱਲ ਸਕਦੀ। ਸੋ ਸਾਰੇ ਜਿੰਨੇ ਆਪਾਂ ਸਕੋਪ ਪੜ੍ਹੇ ਇੱਕ ਤੋਂ ਇੱਕ ਵੱਧ ਕੇ ਨੇ, ਵਧੀਆ ਨੇ, ਸਾਰਿਆਂ ਦਾ ਆਪੋ ਆਪਣਾ ਜੋ ਹੈ ਉਹ ਸਕੋਪ ਹੈ। ਸੋ ਅੱਜ ਆਪਾਂ ਮੇਨਟੇਨੈਂਸ ਮੈਨੇਜਮੈਂਟ ਦੇ ਬਾਰੇ ਵਿੱਚ ਡਿਸਕਸ ਕਰਾਂਗੇ। ਵਾਟ ਇਜ਼ ਮੇਨਟੇਨੈਂਸ ਮੈਨੇਜਮੈਂਟ? ਕੋਈ ਵੀ ਇੱਕ ਯੂਨਿਟ ਚੱਲਦਾ ਬੰਦ ਹੋ ਗਿਆ, ਫੇਲ ਹੋ ਗਿਆ, ਉਸ ਨੂੰ ਰੀਸਟੋਰ ਕਰਨ ਲਈ ਜਿਹੜੇ ਐਕਸ਼ਨ ਲੈਂਦੇ ਆ, ਕਿ ਜਿਹੜਾ ਅਸੀਂ ਉਸ ਨੂੰ ਕਰਦੇ ਹਾਂ ਕਿ ਉਹ ਹੁਣ ਚੱਲ ਪਏ ਦੁਬਾਰਾ ਤੋਂ, ਤਾਂ ਉਹ ਜਿਹੜੇ ਨੇ ਜਾਂ ਜਿਹੜੇ ਚੱਲਦੇ ਯੂਨਿਟ ਨੇ ਚੱਲਦੇ ਰਹਿਣ। ਮਤਲਬ ਐਨੀ ਐਕਸ਼ਨ ਦੈਟ ਰੀਸਟੋਰਸ ਫੇਲਡ ਯੂਨਿਟਸ ਟੂ ਐਨ ਆਪਰੇਸ਼ਨਲ ਕੰਡੀਸ਼ਨ। ਫੇਲਡ ਮਤਲਬ ਜਿਹੜੇ ਬੰਦ ਹੋ ਗਏ ਉਹਨਾਂ ਨੂੰ ਆਪਰੇਸ਼ਨ ਦੇ ਵਿੱਚ ਲੈ ਕੇ ਆਉਣਾ, ਜਾਂ ਰਿਟੇਨ ਰੱਖਣਾ ਨੌਨ ਫੇਲਡ, ਜਿਹੜੇ ਫੇਲ ਨਹੀਂ ਹੋਏ ਉਹਨਾਂ ਨੂੰ ਫੇਲ ਨਾ ਹੋਣ ਦੇਣਾ, ਆਪਰੇਸ਼ਨ ਦੇ ਵਿੱਚ ਰੱਖਣਾ। ਇਹਦਾ ਜਿਹੜਾ ਵੀ ਐਕਸ਼ਨ ਲੈਂਦੇ ਆ ਉਹ ਮੇਨਟੇਨੈਂਸ ਮੈਨੇਜਮੈਂਟ ਹੈ। ਔਰ ਐਨ ਐਕਟੀਵਿਟੀ ਕੈਰੀਡ ਆਊਟ for any equipment or asset to ensure its reliability to perform its function। ਜਿਹੜਾ ਇਸ ਦਾ ਕਿਸੇ ਵੀ ਇਕਵਿਪਮੈਂਟ ਦਾ, ਕਿਸੇ ਵੀ ਐਸਟ ਦਾ ਆਪਣਾ ਕੋਈ ਵੀ ਜੋ ਫੰਕਸ਼ਨ ਹੈ, ਉਹ ਉਸ ਦੀ ਰਿਲਾਇਬਿਲਿਟੀ ਨੂੰ ਇਨਸ਼ੋਰ ਕਰਨਾ ਕਿ ਉਹ ਆਪਣਾ ਕੰਮ ਕਰਦਾ ਰਹੇਗਾ, ਬੰਦ ਨਹੀਂ ਹੋਏਗਾ। ਦੈਟ ਇਜ਼ ਮੇਨਟੇਨੈਂਸ ਮੈਨੇਜਮੈਂਟ। ਕੁਐਸਚਨਸ ਫॉर ਮੇਨਟੇਨੈਂਸ। ਜਦੋਂ ਮੇਨਟੇਨੈਂਸ ਕਰਨੀ ਅਸੀਂ ਕੁਝ ਕੁਐਸਚਨਸ ਨੇ, ਅਸੀਂ ਉਹਨਾਂ ਦਾ ਧਿਆਨ ਰੱਖਣਾ ਹੈ। ਵਾਟ ਇਜ਼ ਟੂ ਬੀ ਮੇਨਟੇਨ, ਕੀ ਚੀਜ਼ ਹੈ ਜਿਹਨੂੰ ਮੇਨਟੇਨ ਕਰਕੇ ਰੱਖਣਾ ਹੈ। ਦੈਨ ਹਾਊ ਇਜ਼ ਮੇਨਟੇਨੈਂਸ ਟੂ ਬੀ ਡਨ, ਕਿਵੇਂ ਮੇਨਟੇਨ ਕਰਕੇ ਰੱਖਣਾ ਹੈ। ਵੇਅਰ ਇਜ਼ ਦਾ ਮੇਨਟੇਨੈਂਸ, ਮੇਨਟੇਨੈਂਸ ਕਿੱਥੇ ਹੈ, ਕਿੱਥੇ ਕਰਨੀ ਹੈ। ਹੂ ਡਜ਼ ਦਾ ਮੇਨਟੇਨੈਂਸ, ਕਿੰਨੇ ਕਰਨੀ ਹੈ। ਇਹ 4 ਕੁਐਸਚਨਸ ਨੇ। ਇਹ ਜੇਕਰ ਇਹਨਾਂ ਦਾ ਅਸੀਂ ਪੂਰਾ ਮੈਨੇਜ ਕਰਦੇ ਹਾਂ ਤਾਂ ਅਸੀਂ ਇੱਕ ਸਕਸੈਸਫੁਲ ਮੇਨਟੇਨੈਂਸ ਮੈਨੇਜਰ ਬਣ ਜਾਂਦੇ ਹਾਂ। Objectives of maintenance: to minimize loss or productive time due to equipment failure। ਤਾਂ ਜਿਹੜਾ ਜਦੋਂ ਕੋਈ ਵੀ ਇਕਵਿਪਮੈਂਟ ਫੇਲ ਹੋ ਜਾਂਦਾ ਹੈ ਤਾਂ ਉਸ ਨਾਲ ਜਿਹੜਾ ਕੰਮ ਦੇ ਵਿੱਚ ਲੋਸ ਹੁੰਦਾ ਹੈ ਜਾਂ ਪ੍ਰੋਡਕਸ਼ਨ ਟਾਈਮ ਦੇ ਵਿੱਚ ਜਿਹੜੀ ਕਮੀ ਆਉਂਦੀ ਹੈ ਉਸ ਨੂੰ ਘੱਟ ਕਰਨਾ, ਇਹ ਆਬਜੈਕਟਿਵ ਹੈ ਮੇਨਟੇਨੈਂਸ ਦਾ। ਟੂ ਮਿਨੀਮਾਈਜ਼ ਰਿਪੇਅਰ ਟਾਈਮ ਐਂਡ ਕੋਸਟ, ਰਿਪੇਅਰ ਕਰਨ ਦੇ ਵਿੱਚ ਘੱਟ ਤੋਂ ਘੱਟ ਟਾਈਮ ਲੱਗੇ, ਘੱਟ ਤੋਂ ਘੱਟ ਕੋਸਟ ਲੱਗੇ। ਐਫੀਸ਼ੀਐਂਟ ਯੂਜੇਜ ਆਫ ਮੇਨਟੇਨੈਂਸ ਪਰਸਨਲ ਐਂਡ ਇਕਵਿਪਮੈਂਟ, ਜਿਹੜਾ ਸਾਡਾ ਮੇਨਟੇਨੈਂਸ ਕਰਨ ਵਾਲਾ ਬੰਦਾ ਹੈ, ਜਿਹੜਾ ਸਾਡਾ ਇਕਵਿਪਮੈਂਟ ਹੈ, ਉਸ ਦਾ ਐਫੀਸ਼ੀਐਂਟ ਯੂਜ ਕਰਨਾ, ਇਹ ਵੀ ਇੱਕ ਮੇਨਟੇਨੈਂਸ ਮੈਨੇਜਮੈਂਟ ਦਾ ਹਿੱਸਾ ਹੈ। ਟੂ ਇਨਕਰੀਜ਼ ਲਾਈਫ ਆਫ ਕੈਪੀਟਲ ਐਸਟ, ਜੋ ਸਾਡੇ ਕੋਲੇ ਇਨਫਰਾਸਟਰਕਚਰ ਹੈ ਉਸ ਦੀ ਲਾਈਫ ਨੂੰ ਵਧਾਉਣਾ, ਇਹ ਸਾਡਾ ਆਬਜੈਕਟਿਵ ਹੈ ਮੇਨਟੇਨੈਂਸ ਮੈਨੇਜਮੈਂਟ ਦਾ। ਟੂ ਮਿਨੀਮਾਈਜ਼ ਐਕਸੀਡੈਂਟਸ ਬਾਈ ਰੈਗੂਲਰ ਇੰਸਪੈਕਸ਼ਨ, ਜੇਕਰ ਅਸੀਂ ਰੈਗੂਲਰ ਇੰਸਪੈਕਸ਼ਨ ਕਰਦੇ ਰਹਾਂਗੇ ਮੇਨਟੇਨੈਂਸ ਦੇ ਤੌਰ 'ਤੇ ਤਾਂ ਐਕਸੀਡੈਂਟਸ ਨੇ ਜਿਹੜੇ ਉਹ ਬਹੁਤ ਘੱਟ ਹੋ ਜਾਂਦੇ ਨੇ। ਟੂ ਇੰਪਰੂਵ ਕੁਆਲਿਟੀ ਆਫ ਪ੍ਰੋਡਕਟਸ ਐਂਡ ਪ੍ਰੋਡਕਟੀਵਿਟੀ, ਜਦੋਂ ਸਾਡੀਆਂ ਮਸ਼ੀਨਾਂ ਠੀਕ ਕੰਮ ਕਰਨਗੀਆਂ, ਬੰਦ ਨਹੀਂ ਹੋਣਗੀਆਂ, ਤਾਂ ਕੁਆਲਿਟੀ ਵੀ ਪ੍ਰੋਡਕਟਸ ਦੀ ਵਧੀਆ ਰਹੇਗੀ ਅਤੇ ਪ੍ਰੋਡਕਟੀਵਿਟੀ ਵੀ ਇਨਕਰੀਜ਼ ਹੋਏਗੀ। ਫੰਕਸ਼ਨਸ ਆਫ ਮੇਨਟੇਨੈਂਸ ਮੈਨੇਜਮੈਂਟ, ਜੋ ਮੇਨਟੇਨੈਂਸ ਮੈਨੇਜਮੈਂਟ ਡਿਪਾਰਟਮੈਂਟ ਹੈ ਉਹਦੇ ਵਿੱਚ ਕੀ ਹੋਣਾ ਹੈ। ਕੀਪ ਰਿਕਾਰਡ ਆਫ ਆਲ ਮੇਨਟੇਨੈਂਸ ਵਰਕ, ਜੋ ਉੱਥੇ ਮੇਨਟੇਨੈਂਸ ਕੀਤੀ, ਜਿੱਥੇ ਕੀਤੀ, ਉਹਦਾ ਪੂਰਾ ਰਿਕਾਰਡ। ਰੈਗੂਲਰ ਇੰਸਪੈਕਸ਼ਨਸ ਆਫ ਇਕਵਿਪਮੈਂਟ ਐਂਡ ਫੈਸਿਲਿਟੀਜ਼, ਜੋ ਵੀ ਇਕਵਿਪਮੈਂਟ ਹੈ, ਜੋ ਫੈਸਿਲਿਟੀਜ਼ ਹੈ, ਉਹਨਾਂ ਦੀ ਰੈਗੂਲਰ ਚੈੱਕਅਪ, ਰੈਗੂਲਰ ਇੰਸਪੈਕਸ਼ਨ ਕਰਦੇ ਰਹਿਣਾ ਕਿ ਹੁਣ ਕਿੱਥੇ ਕੋਈ ਕਮੀ ਪੇਸ਼ੀ ਹੈ ਉਹਨੂੰ ਠੀਕ ਕਰਨਾ। ਪ੍ਰੈਪਰੇਸ਼ਨ ਆਫ ਇਨਵੈਂਟਰੀ ਰਿਕੁਆਇਰਡ ਫॉर ਮੇਨਟੇਨੈਂਸ, ਜੋ ਸਮਾਨ ਚਾਹੀਦਾ ਹੈ, ਜੋ ਬੰਦਾ ਜਿਹਨੇ ਮੇਨਟੇਨੈਂਸ ਕੀਤਾ, ਸਾਰਾ ਉਸ ਦਾ ਰਿਕਾਰਡ ਕਿ ਕਦੋਂ ਕੀ, ਕਿਸ ਤਰ੍ਹਾਂ ਦਾ, ਕਿਹੜੀ ਚੀਜ਼ ਕਿੱਥੇ ਮਿਲੀ, ਉਪਲਬਧ ਹੈ, ਉਹ ਸਾਰਾ ਪ੍ਰਪੇਅਰ ਕਰਕੇ ਰੱਖਣਾ ਇਨਵੈਂਟਰੀ ਨੂੰ। ਕੈਰੀ ਆਊਟ ਅਲਟਰੇਸ਼ਨ, ਮੋਡੀਫਿਕੇਸ਼ਨ ਐਂਡ ਇੰਪਰੂਵਮੈਂਟਸ ਇਨ ਐਗਜ਼ਿਸਟਿੰਗ ਇਨਫਰਾਸਟਰਕਚਰ, ਜੋ ਇਨਫਰਾਸਟਰਕਚਰ ਐਗਜ਼ਿਸਟ ਕਰ ਰਿਹਾ, ਜੋ ਬਿਲਡਿੰਗ ਹੈ, ਜੋ ਮਸ਼ੀਨਰੀ ਹੈ, ਜੋ ਇਕਵਿਪਮੈਂਟ ਹੈ, ਉਹਨਾਂ ਦੇ ਵਿੱਚ ਜੋ ਵੀ ਹੈ ਉਸਨੂੰ ਅਲਟਰ ਵੀ ਕਰਦੇ ਰਹਿਣਾ, ਮੋਡੀਫਾਈ ਕਰਦੇ ਰਹਿਣਾ, ਇੰਪਰੂਵ ਕਰਦੇ ਰਹਿਣਾ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਨਾ ਆਏ। ਪ੍ਰਪੇਅਰ ਮੇਨਟੇਨੈਂਸ ਬਜਟ, ਮੇਨਟੇਨੈਂਸ ਬਜਟ ਵੀ ਮੇਨਟੇਨੈਂਸ ਮੈਨੇਜਮੈਂਟ ਨੇ ਬਣਾ ਕੇ ਰੱਖਣਾ ਹੈ ਕਿ ਸਾਨੂੰ ਇੰਨਾ ਪੈਸਾ, ਇੰਨਾ ਖਰਚਾ ਆਏਗਾ। ਰਿਕਰੂਟ ਐਂਡ ਟ੍ਰੇਨ ਪਰਸਨਸ ਫॉर ਮੇਨਟੇਨੈਂਸ, ਜਿਨ੍ਹਾਂ ਨੇ ਮੇਨਟੇਨੈਂਸ ਕਰਨੀ ਹੈ ਉਹ ਵਾਲੇ ਟੈਕਨੀਸ਼ੀਅਨ, ਉਹ ਵਾਲੇ ਟੈਕਨੋਕਰੇਟਸ, ਉਹਨਾਂ ਨੂੰ ਭਰਤੀ ਕਰਨਾ, ਉਹਨਾਂ ਦੀ ਟ੍ਰੇਨਿੰਗ ਕਰਾਉਣਾ, ਇਹ ਵੀ ਮੇਨਟੇਨੈਂਸ ਮੈਨੇਜਮੈਂਟ ਦਾ ਇੱਕ ਹਿੱਸਾ ਹੈ। ਐਨਫੋਰਸ ਸੇਫਟੀ ਸਟੈਂਡਰਡ, ਸਾਰਿਆਂ ਨੂੰ ਇਹ ਕੰਪਲਸਰੀ ਕਰਨਾ ਕਿ ਜੋ ਸੇਫਟੀ ਸਟੈਂਡਰਡਸ ਨੇ ਸਾਰੇ ਉਸ ਨੂੰ ਫੋਲੋ ਕਰਨ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਦੁਰਘਟਨਾ ਜਿਹੜੀ ਹੈ ਉਹ ਨਾ ਵਾਪਰੇ।
हैंडल डिस्पोजल ऑफ ਸਕ੍ਰੈਪ ਐਂਡ ਸਰਪਲਸ ਮਟੀਰੀਅਲ, ਜੋ ਉੱਥੇ ਬਚ ਜਾਂਦਾ ਮਟੀਰੀਅਲ ਹੈ, ਸਕ੍ਰੈਪ ਬਚ ਗਿਆ, ਕਬਾੜ ਬਚ ਗਿਆ, ਕੋਈ ਫालतू ਸਮਾਨ ਬਚ ਗਿਆ, ਉਹਨੂੰ ਡਿਸਪੋਜ਼ ਆਫ ਕਰਨਾ ਇਹ ਵੀ ਮੇਨਟੇਨੈਂਸ ਮੈਨੇਜਮੈਂਟ ਦਾ ਫੰਕਸ਼ਨ ਹੈ। ਗੁੱਡ ਹਾਊਸਕੀਪਿੰਗ ਕਰਨਾ ਵੀ, ਸਮਾਨ ਦਾ ਰੱਖ ਰਖਾਅ ਬਹੁਤ ਵਧੀਆ ਰੱਖਣਾ, ਉਹ ਸਾਰਾ ਮੇਨਟੇਨੈਂਸ ਮੈਨੇਜਮੈਂਟ ਦੇ ਅੰਡਰ ਆਉਂਦਾ। ਮੇਨਟੇਨੈਂਸ ਇੱਕ ਤਾਂ ਜੋ ਮੇਨਟੇਨੈਂਸ ਹੈ ਕਿ ਜਦੋਂ ਚੀਜ਼ ਖਰਾਬ ਹੋ ਗਈ ਉਹਨੂੰ ਠੀਕ ਕਰਨਾ, ਉਹ ਮੇਨਟੇਨ ਕਰਨਾ। ਇੱਕ ਹੈ ਕਿ ਚੀਜ਼ ਨੂੰ ਖਰਾਬ ਹੋਣ ਤੋਂ ਪਹਿਲਾਂ ਹੀ ਉਹਦੀ ਇਸ ਤਰ੍ਹਾਂ ਦੀ ਚੈਕਿੰਗ ਕਰਨਾ ਕਿ ਉਹ ਖਰਾਬ ਹੀ ਨਾ ਹੋਏ। ਜਿਵੇਂ ਆਪਾਂ ਕਹਿੰਦੇ ਹਾਂ ਕਿ ਇਲਾਜ ਕਰਨ ਨਾਲੋਂ ਪਰਹੇਜ਼ ਕਰਨਾ ਚੰਗਾ ਹੈ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਇਹ ਜਿਹੜੀ ਪ੍ਰੀਵੈਂਟਿਵ ਔਰ ਰੂਟੀਨ ਮੇਨਟੇਨੈਂਸ ਹੈ, ਇਸ ਕੰਮ ਆਉਂਦੀ ਹੈ ਕਿ ਸਾਡੀ ਚੀਜ਼ ਕਦੀ ਖਰਾਬ ਹੀ ਨਾ ਹੋਏ, ਸਾਡੀ ਮਸ਼ੀਨਰੀ ਹਮੇਸ਼ਾ ਚੱਲਦੀ ਰਹੇ। ਰੂਟੀਨ ਐਕਸ਼ਨ ਹੁੰਦਾ ਇੱਕ ਇਨ ਏ ਪਲੈਨਡ ਐਂਡ ਸਿਸਟਮੈਟਿਕ ਮੈਨਰ, ਕਿ ਕਦੋਂ ਕਿਸ ਚੀਜ਼ ਦੀ ਕਦੋਂ ਚੈਕਿੰਗ ਕਰਨੀ ਹੈ, ਉਹਦੇ ਨਟ ਬੋਲਟ ਕੱਸ ਦੇਣੇ ਹੈ, ਉਹਦਾ ਕੋਈ ਇੰਜਨ ਆਇਲ ਹੈ, ਕੋਈ ਹੋਰ ਉਸਨੂੰ ਲੁਬਰੀਕੇਸ਼ਨ ਦੇਣੀ ਹੈ, ਉਹ ਟਾਈਮ ਸਿਰ ਕਰ ਦੇਣੀ। ਟੂ ਪ੍ਰੀਵੈਂਟ ਬ੍ਰੇਕ ਡਾਊਨ ਐਂਡ ਇਨਸ਼ੋਰ ਓਪਰੇਸ਼ਨਲ ਐਫੀਸ਼ੀਐਂਸੀ, ਇਹਦੇ ਵਿੱਚ ਇਹ ਚੈੱਕ ਕਰਨ, ਧਿਆਨ ਰੱਖਣਾ ਕਿ ਕਦੀ ਖਰਾਬ ਨਾ ਹੋਏ ਅਤੇ ਇਹਦਾ ਆਪਰੇਸ਼ਨ ਠੀਕ ਚੱਲਦਾ ਰਹੇ, ਐਫੀਸ਼ੀਐਂਟ ਰਹੇ, ਇਸ ਲਈ ਪ੍ਰੀਵੈਂਟਿਵ ਰੂਟੀਨ ਮੇਨਟੇਨੈਂਸ ਕਰਦੇ ਹਾਂ। ਜਿਵੇਂ ਆਪਾਂ ਕਾਰਾਂ ਦੀ, ਸਕੂਟਰਾਂ ਦੀ ਸਰਵਿਸ ਕਰਾਉਂਦੇ ਹਾਂ, ਉਹ ਇੱਕ ਰੂਟੀਨ ਟਾਈਮ ਬਾਅਦ ਆਪਾਂ ਕਰਾ ਹੀ ਦਿੰਦੇ ਹਾਂ, ਉਹਦਾ ਇੰਜਨ ਆਇਲ ਚੇਂਜ ਹੋ ਜਾਂਦਾ, ਉਹਦੇ ਬ੍ਰੇਕ ਆਇਲ ਚੇਂਜ ਹੋ ਜਾਂਦੇ, ਉਹਦਾ ਜੋ ਵੀ ਕਾਫੀ ਆਪਾਂ ਕੂਲੈਂਟ ਵਗੈਰਾ ਚੈੱਕ ਕਰਦੇ ਹਾਂ। ਪੀਰੀਓਡਿਕ ਇੰਸਪੈਕਸ਼ਨ ਕਰਦੇ ਹਾਂ, ਉਹਦੇ ਟਾਇਰ ਟੂਰ ਦੀ ਹਵਾ ਚੈੱਕ ਕਰਦੇ ਰਹਿੰਦੇ ਹਾਂ, ਉਹਨਾਂ ਦੀ ਅਲਾਈਨਮੈਂਟ ਚੈੱਕ ਕਰਦੇ ਹਾਂ। ਇਸੇ ਤਰ੍ਹਾਂ ਸਾਰੀਆਂ ਮਸ਼ੀਨਰੀ ਦੀ ਪੀਰੀਓਡਿਕ ਇੰਸਪੈਕਸ਼ਨ ਟੂ ਐਂਟੀਸਪੇਟ ਐਂਡ ਪ੍ਰੀਵੈਂਟ ਬ੍ਰੇਕਡਾਊਨ ਬਿਫੋਰ ਇਟ ਐਕਚੁਅਲੀ ਅਕਰਸ। ਮਤਲਬ ਇਸ ਦੇ ਵਿੱਚ ਆਪਾਂ ਇਹ ਐਂਟੀਸਪੇਟ ਕਰਦੇ ਹਾਂ ਕਿ ਮੰਨ ਲਓ ਇਹ ਬ੍ਰੇਕਡਾਊਨ ਹੋਏਗੀ, ਉਸ ਨੂੰ ਹੋਣ ਨਹੀਂ ਦੇਣਾ। ਇਸ ਲਈ ਅਸੀਂ ਟਾਈਮਲੀ ਇੰਸਪੈਕਸ਼ਨ, ਹਰ ਪੀਰੀਅਡਿਕ ਇੰਸਪੈਕਸ਼ਨ ਕਰਦੇ ਰਹੀਏ ਕਿ ਐਕਚੁਅਲੀ ਖਰਾਬ ਹੋਣ ਤੋਂ ਪਹਿਲਾਂ ਹੀ ਉਸ ਨੂੰ ਚੈੱਕ ਕਰ ਲੈਣਾ ਅਤੇ ਉਹਨੂੰ ਰੋਕ ਦੇਣਾ। ਓਬਜੈਕਟਿਵਸ ਆਫ ਪ੍ਰੀਵੈਂਟਿਵ ਮੇਨਟੇਨੈਂਸ ਦੇ ਓਬਜੈਕਟਿਵ ਕੀ ਹੁੰਦੇ ਨੇ? ਮੇਨਟੇਨ ਦਾ ਵੈਲਿਊ ਆਫ ਇਨਫਰਾਸਟਰਕਚਰ, ਜੋ ਇਨਫਰਾਸਟਰਕਚਰ ਦੀ ਵੈਲਿਊ ਹੈ ਉਹ ਮੇਨਟੇਨ ਰਹੇ, ਉਹਦੀ ਵੈਲਿਊ ਨਾ ਘਟੇ, ਖਰਾਬ ਹੋ ਕੇ ਵਾਰੀ ਖਰਾਬ ਹੋ ਕੇ ਠੀਕ ਕਰਾਉਂਦੇ ਉਹਦੀ ਵੈਲਿਊ ਘਟ ਜਾਂਦੀ ਹੈ। ਰਿਡਿਊਸ ਦਾ ਵਰਕ ਆਫ ਮੇਨਟੇਨੈਂਸ ਡਿਪਾਰਟਮੈਂਟ, ਜਦੋਂ ਅਸੀਂ ਪ੍ਰੀਵੈਂਸ਼ਨ ਲੈ ਲੈਂਦੇ ਹਾਂ ਤਾਂ ਮੇਨਟੇਨੈਂਸ ਡਿਪਾਰਟਮੈਂਟ ਦਾ ਕੰਮ ਕਾਫੀ ਘਟ ਜਾਂਦਾ ਹੈ। ਇਨਸ਼ੋਰ ਸੇਫਟੀ ਆਫ ਲਾਈਫ ਆਫ ਵਰਕਰਸ, ਕਿ ਜੇਕਰ ਅਸੀਂ ਇਹ ਕਰੀਏ ਕਿ ਚੀਜ਼ ਖਰਾਬ ਹੀ ਨਾ ਹੋਏ, ਐਕਸੀਡੈਂਟ ਹੋਈ ਨਾ, ਅਤੇ ਵਰਕਰਸ ਦੀ ਲਾਈਫ ਦੀ ਵੀ ਸੇਫਟੀ ਰਹਿੰਦੀ ਹੈ। ਮਿਨੀਮਾਈਜ਼ ਦਾ ਇੰਸਟਰਪਸ਼ਨਸ ਇਨ ਪ੍ਰੋਡਕਸ਼ਨ, ਜਿਹੜੀਆਂ ਪ੍ਰੋਡਕਸ਼ਨ ਦੇ ਵਿੱਚ ਜਦੋਂ ਮਸ਼ੀਨ ਬੰਦ ਹੋਏਗੀ ਤਾਂ ਪ੍ਰੋਡਕਸ਼ਨ ਦੇ ਵਿੱਚ ਕਮੀ ਆਏਗੀ, ਰੁਕਾਵਟ ਆਏਗੀ, ਉਹ ਖਤਮ ਹੋ ਜਾਂਦੀਆਂ। ਮੇਕ ਦਾ ਪਲਾਂਟ ਇਕਵਿਪਮੈਂਟ ਐਂਡ ਮਸ਼ੀਨਰੀ ਆਲਵੇਜ਼ ਅਵੇਲੇਬਲ ਫॉर ਯੂਜ਼, ਜੋ ਵੀ ਸਾਡਾ ਸਮਾਨ ਹੈ, ਜੋ ਸਾਡਾ ਇਨਫਰਾਸਟਰਕਚਰ ਹੈ, ਹਮੇਸ਼ਾ ਯੂਜ਼ ਵਾਸਤੇ ਤਿਆਰ ਰਹਿੰਦਾ ਹੈ ਕਿ ਕਦੀ ਵੀ ਅਸੀਂ ਯੂਜ਼ ਕਰ ਸਕੀਏ, ਉਹ ਕਦੀ ਵੀ ਖਰਾਬ ਨਹੀਂ ਹੁੰਦਾ। ਅਚੀਵ ਮੈਕਸਿਮਮ ਪ੍ਰੋਡਕਸ਼ਨ ਐਟ ਮਿਨੀਮਮ ਕੋਸਟ, ਇਹਦਾ ਮੇਨ ਓਬਜੈਕਟਿਵ ਹੈ ਪ੍ਰੀਵੈਂਟਿਵ ਮੇਨਟੇਨੈਂਸ ਦਾ ਕਿ ਵੱਧ ਤੋਂ ਵੱਧ ਪ੍ਰੋਡਕਸ਼ਨ ਲੈਣੀ ਹੈ ਅਤੇ ਘੱਟ ਤੋਂ ਘੱਟ ਖਰਚੇ 'ਤੇ ਲੈਣੀ ਹੈ। ਫੰਕਸ਼ਨਸ ਆਫ ਪ੍ਰੀਵੈਂਟਿਵ ਮੇਨਟੇਨੈਂਸ, ਇਸ ਡਿਪਾਰਟਮੈਂਟ ਦੇ ਵਿੱਚ ਕੀਪਿੰਗ ਰਿਕਾਰਡ ਆਫ ਆਲ ਮੇਨਟੇਨੈਂਸ ਮੈਨੂਅਲਸ, ਜੋ ਮੈਨੂਅਲ ਹੈ ਕਿਸੇ ਮਸ਼ੀਨਰੀ ਦਾ, ਕਿਸੇ ਵੀ ਇਕਵਿਪਮੈਂਟ ਦਾ, ਉਹ ਸਾਰਾ ਰਿਕਾਰਡ ਰੱਖਣਾ ਕਿ ਜਿਹੜੀ ਚੀਜ਼ ਕੋਈ ਖਰਾਬੀ ਆਉਂਦੀ ਹੈ ਕਿਵੇਂ ਠੀਕ ਕੀਤੀ ਜਾ ਸਕਦੀ ਹੈ। ਇੰਸਪੈਕਸ਼ਨ ਰਜਿਸਟਰ, ਜਿੱਥੇ ਕਦੋਂ ਇੰਸਪੈਕਸ਼ਨ ਕੀਤੀ ਗਈ, ਕੀ ਕਮੀ ਪਾਈ ਗਈ, ਕੀ ਠੀਕ ਕੀਤਾ ਗਿਆ। ਲੌਗ ਬੁੱਕ, ਕਿੰਨਾ ਟਾਈਮ ਮਸ਼ੀਨ ਚੱਲੀ, ਕਿੰਨੇ ਟਾਈਮ ਬਾਅਦ ਇਹਦੇ 'ਚ ਪ੍ਰੋਬਲਮ ਆਈ ਜਾਂ ਕਿੰਨੇ ਟਾਈਮ ਬਾਅਦ ਇਹਦੀ ਲੁਬਰੀਕੇਸ਼ਨ ਦੀ ਲੋੜ ਪਈ, ਉਹ ਸਾਰਾ, ਇਹਦੇ ਨਟ ਬੋਲਟ ਕਿੰਨੀ ਦੇਰ 'ਚ ਢਿੱਲੇ ਹੋ ਗਏ, ਉਹਨਾਂ ਨੂੰ ਕੱਸਣਾ ਪਿਆ, ਇਹ ਸਾਰਾ ਰਿਕਾਰਡ ਰੱਖਣਾ। ਕੈਰੀ ਐਨਾਲਿਸਿਸ ਆਫ ਡਿਫੈਕਟਸ ਐਂਡ ਫਾਲਟਸ ਟੂ ਪ੍ਰੀਵੈਂਟ ਇਨ ਫਿਊਚਰ, ਜੋ ਡਿਫੈਕਟ ਹੋਏ ਜਾਂ ਫਾਲਟ ਆਏ ਉਹਨਾਂ ਨੂੰ ਐਨਾਲਾਈਜ਼ ਕਰਨਾ, ਉਹਨਾਂ ਦੇ ਐਨਾਲਿਸਿਸ ਕਰਦੇ ਰਹਿਣਾ ਤਾਂ ਕਿ ਉਹ ਅੱਗੇ ਫਿਊਚਰ 'ਚ ਉਹ ਫਾਲਟ ਨਾ ਆਉਣ। ਸਟੋਰੇਜ ਆਫ ਸਪੇਅਰਸ ਐਂਡ ਸਪੇਅਰ ਪਾਰਟਸ ਮੈਨੇਜਮੈਂਟ, ਜੋ ਸਾਨੂੰ ਸਪੇਅਰ ਪਾਰਟ ਦੀ ਲੋੜ ਪੈਣੀ ਹੈ ਮੇਨਟੇਨੈਂਸ ਕਰਨ ਦੇ ਲਈ, ਉਹਨਾਂ ਨੂੰ ਸਟੋਰ ਕਰਕੇ ਰੱਖਣਾ। ਰੈਗੂਲਰ ਇੰਸਪੈਕਸ਼ਨ ਐਂਡ ਚੈੱਕਅਪ ਕਰਦੇ ਰਹਿਣਾ। ਰੂਟੀਨ ਸਰਵਿਸ ਕਰਦੇ ਰਹਿਣਾ। ਟ੍ਰੇਨਿੰਗ ਐਂਡ ਡਿਵੈਲਪਮੈਂਟ ਆਫ ਮੇਨਟੇਨੈਂਸ ਸਟਾਫ, ਜੋ ਸਟਾਫ ਹੈ ਉਸਦੀ ਟ੍ਰੇਨਿੰਗ ਲੋੜ ਅਨੁਸਾਰ ਉਹਦੀ ਡਿਵੈਲਪਮੈਂਟ ਕਰਾਉਂਦੇ ਰਹਿਣਾ। ਪਲੈਨਿੰਗ ਐਂਡ ਸ਼ਡਿਊਲਿੰਗ ਆਫ ਮੇਨਟੇਨੈਂਸ ਜੋਬ ਫॉर ਈਚ ਮਸ਼ੀਨ, ਹਰੇਕ ਮਸ਼ੀਨ ਦਾ, ਹਰੇਕ ਇਕਵਿਪਮੈਂਟ ਦਾ ਇੱਕ ਸ਼ਡਿਊਲ ਬਣਾ ਕੇ ਰੱਖਣਾ, ਪਲਾਨ ਕਰਕੇ ਰੱਖਣਾ ਕਿ ਕਦੋਂ ਇਹਦੀ ਮੇਨਟੇਨੈਂਸ, ਕਿੰਨੇ ਟਾਈਮ ਬਾਅਦ ਅਤੇ ਕਿਸ ਦਿਨ ਕਰਨੀ ਹੈ, ਕੀ ਉਹਦੇ ਵਿੱਚ ਕਰਨਾ ਹੈ, ਉਹਦਾ ਪੂਰਾ ਪਲਾਨ ਬਣਾ ਕੇ ਰੱਖਣਾ। ਪ੍ਰੀਵੈਂਟਿਵ ਮੇਨਟੇਨੈਂਸ ਮੈਨੇਜਮੈਂਟ ਦੇ ਅੰਦਰ ਇਹ ਸਾਰੇ ਕੰਮ ਇਸ ਦੇ ਫੰਕਸ਼ਨ ਹੁੰਦੇ ਆ। ਐਡਵਾਂਟੇਜਸ ਆਫ ਪ੍ਰੀਵੈਂਟਿਵ ਮੇਨਟੇਨੈਂਸ, ਕੀ ਇਹਦੇ ਵਿੱਚ ਸਾਨੂੰ ਫਾਇਦਾ ਕੀ ਹੁੰਦਾ ਹੈ? ਰਿਡਿਊਸਡ ਇਨਵੈਂਟਰੀ ਆਫ ਸਪੇਅਰ ਪਾਰਟਸ, ਜੇਕਰ ਚੀਜ਼ਾਂ ਖਰਾਬ ਹੀ ਨਹੀਂ ਹੋਣਗੀਆਂ ਤਾਂ ਉਸਦੀ ਇਨਵੈਂਟਰੀ ਵੀ ਘਟ ਜਾਏਗੀ, ਸਾਨੂੰ ਸਮਾਨ ਘੱਟ ਰੱਖਣਾ ਪਏਗਾ, ਐਕਸੀਡੈਂਟ ਘਟ ਜਾਂਦੇ ਹੈ। ਜੋ ਅਨਪਲੈਨਡ ਮੇਨਟੇਨੈਂਸ ਦਾ ਕਰਕੇ ਜਿਹੜੇ ਕ੍ਰਾਈਸਿਸ ਆ ਜਾਂਦੇ ਹੈ ਉਹ ਨਹੀਂ ਹੁੰਦੇ ਜਦੋਂ ਅਸੀਂ ਪਲੈਨਡ ਸਾਰਾ ਕੁਝ ਕਰਦੇ ਹਾਂ। ਪ੍ਰੀਵੈਂਟਿਵ ਮੇਨਟੇਨੈਂਸ ਦੇ ਲਈ ਇੰਸਪੈਕਸ਼ਨ ਕਰਦੇ ਹਾਂ ਰੈਗੂਲਰ,
ਉਸ ਦਾ ਸਾਰਾ ਚੈੱਕਅਪ ਕਰਦੇ ਹਾਂ ਥੋਰੋਲੀ, ਤਾਂ ਇਹ ਸਾਡੀਆਂ ਜਿਹੜੀਆਂ ਹੈਗੀਆਂ ਅਨਪਲੈਨਡ ਮੇਨਟੇਨੈਂਸ ਦੀ ਲੋੜ ਨਹੀਂ ਪੈਂਦੀ। ਰਿਡਿਊਸਡ ਟੋਟਲ ਡਾਊਨ ਟਾਈਮ ਐਂਡ ਰਿਡਕਸ਼ਨ ਇਨ ਪ੍ਰੋਡਕਸ਼ਨ। ਡਾਊਨ ਟਾਈਮ ਮਤਲਬ ਜਦੋਂ ਮਸ਼ੀਨ ਬੰਦ ਰਹਿੰਦੀ ਹੈ ਉਹ ਟਾਈਮ ਘਟ ਜਾਂਦਾ ਹੈ, ਪ੍ਰੋਡਕਸ਼ਨ ਲੋਸ ਘਟ ਜਾਂਦੇ ਹੈ। ਰਿਡਿਊਸਡ ਮੇਜਰ ਰਿਪੇਅਰ ਦਾ ਵਿੱਚ ਕਮੀ ਆ ਜਾਂਦੀ ਹੈ, ਲੋੜ ਨਹੀਂ ਪੈਂਦੀ। ਮੇਨਟੇਨੈਂਸ ਦੇ ਖਰਚੇ ਵਿੱਚ ਕਮੀ ਆਉਂਦੀ ਹੈ, ਪ੍ਰੋਡਕਟ ਦੀ ਕੁਆਲਿਟੀ ਇਨਕਰੀਜ਼ ਹੁੰਦੀ ਹੈ। ਇਹ ਇਸ ਦੇ ਐਡਵਾਂਟੇਜਸ ਹੈ। ਡਿਸਐਡਵਾਂਟੇਜਸ ਆਫ ਪ੍ਰੀਵੈਂਟਿਵ ਮੇਨਟੇਨੈਂਸ ਇਹ ਕੋਈ ਉਨੇ ਜ਼ਿਆਦਾ ਨਹੀਂ ਹੈਗੇ ਜਿੰਨੇ ਇਹਦੇ ਫਾਇਦੇ ਨੇ, ਕਿਉਂਕਿ ਜੇਕਰ ਇੱਕ ਐਕਸੀਡੈਂਟ ਇੱਕ ਵੀ ਬਚ ਜਾਏ ਤਾਂ ਉਸ ਪ੍ਰੀਵੈਂਟਿਵ ਮੇਨਟੇਨੈਂਸ ਵਾਲੇ ਸਟਾਫ ਨੂੰ ਜਿੰਨੀ ਮਰਜ਼ੀ ਤਨਖਾਹ ਦਿੱਤੀ ਉਹ ਅਸੀਂ ਸਮਝਦੇ ਹਾਂ ਕਿ ਅਰਥ ਆ ਗਈ। ਇਹਨੂੰ ਡਿਸਐਡਵਾਂਟੇਜ ਮੰਨ ਲਿਆ ਵੀ ਜਾ ਸਕਦਾ ਹੈ, ਨਹੀਂ ਵੀ ਮੰਨਿਆ ਜਾ ਸਕਦਾ। ਕੋਸਟ ਹੈ, ਵੇਜਿਸ ਆਫ ਪ੍ਰੀਵੈਂਟਿਵ ਮੇਨਟੇਨੈਂਸ ਟੈਕਨੀਸ਼ੀਅਨ ਐਂਡ ਸਟਾਫ, ਕੋਸਟ ਆਫ ਰਿਕਾਰਡ ਕੀਪਿੰਗ, ਸ਼ਡਿਊਲ ਡਾਊਨ ਟਾਈਮ ਔਰ ਪ੍ਰੋਡਕਸ਼ਨ। ਕਿਸੇ ਟਾਈਮ 'ਤੇ ਜੋ ਹੈ ਪ੍ਰੋਡਕਸ਼ਨ ਦਾ ਸਮਾਂ ਘਟਦਾ ਜਦੋਂ ਸ਼ਡਿਊਲ ਕਰਕੇ ਰੱਖਦੇ ਹਾਂ। ਕੋਸਟ ਆਫ ਰੀਪਲੇਸਮੈਂਟ ਆਫ ਪਾਰਟਸ ਐਂਡ ਕੋਸਟ ਆਫ ਇੰਸਟਰੂਮੈਂਟ ਐਕਸੈਟਰਾ। ਇਹ ਜਿਹੜਾ ਹੈ ਕੋਈ ਖਾਸ ਡਿਸਐਡਵਾਂਟੇਜ ਨਹੀਂ ਅਸੀਂ ਇਹਨਾਂ ਨੂੰ ਕਹਿ ਸਕਦੇ, ਇਹ ਨੋਰਮਲ ਹੈ। ਇਹ ਖਰਚਾ ਜਿਹੜਾ ਹੈਗਾ ਡਿਸਐਡਵਾਂਟੇਜਸ ਘੱਟ ਨੇ, ਐਡਵਾਂਟੇਜਸ ਇਸ ਦੇ ਬਹੁਤ ਜ਼ਿਆਦਾ ਨੇ। ਸੋ ਇਸ ਦੇ ਨਾਲ ਹੀ ਜੋ ਮੈਨੇਜਮੈਂਟ ਸਕੋਪ ਇਨ ਡਿਫਰੈਂਟ ਏਰੀਆਜ਼ ਨੇ ਉਹ ਚੈਪਟਰ ਪੂਰਾ ਹੁੰਦਾ। ਅੱਜ ਦਾ ਲੈਕਚਰ ਆਪਾਂ ਇੱਥੇ ਖ਼ਤਮ ਕਰਦੇ ਹਾਂ। ਨੈਕਸਟ ਲੈਕਚਰ ਤੋਂ ਆਪਾਂ ਜੋ ਸਿਲੇਬਸ ਦਾ ਲਾਸਟ ਚੈਪਟਰ ਹੈ ਜਿਸ ਦੇ ਵਿੱਚ ਮਿਸਲੇਨੀਅਸ ਟੌਪਿਕਸ ਹੈ, ਜਿਵੇਂ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਹੈ, ਟੋਟਲ ਕੁਆਲਿਟੀ ਮੈਨੇਜਮੈਂਟ ਹੈ, ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਹੈ, ਉਹ ਟੌਪਿਕ ਆਪਾਂ ਨੈਕਸਟ ਲੈਕਚਰ ਤੋਂ ਡਿਸਕਸ ਕਰਨਾ ਸ਼ੁਰੂ ਕਰਾਂਗੇ। ਥੈਂਕ ਯੂ ਵੈਰੀ ਮਚ।